ਇਹ ਕਹਾਣੀ ਮੇਰੀ ਪਿਆਰੀ ਸਹੇਲੀ ਰੂਬੀ ਦੀ ਹੈ। ਜੋ ਉਸ ਨਾਲ ਬੀਤੀ ਉਸਨੇ ਮੈਨੂੰ ਦੱਸਿਆ। ਅੱਗੇ ਤੁਸੀਂ ਸੁਣੋ ਰੂਬੀ ਦੀ ਜ਼ੁਬਾਨੀ। ਇਹ ਕਹਾਣੀ ਮੇਰੀ ਭੈਣ ਨਾਲੋਂ ਮੇਰੀ ਉਮਰ ਦਾ ਬਹੁਤ ਫਰਕ ਸੀ। ਜਦੋਂ ਮੇਰੀ ਭੈਣ ਦਾ ਵਿਆਹ ਹੋਇਆ ਤਾਂ ਮੇਰੀ ਉਮਰ 14 ਸਾਲ ਦੀ ਸੀ। ਭੈਣ ਦਾ ਵਿਆਹ ਹੋਇਆ ਤਾਂ ਮੈਂ ਬਹੁਤ ਰੋਈ ਸੀ। ਮੇਰਾ ਆਪਣਾ ਭੈਣ ਨਾਲ ਬਹੁਤ ਪਿਆਰ ਸੀ। ਮੇਰੇ ਜੀਜੇ ਨੇ ਮੇਰਾ ਹੱਥ ਫੜ ਕੇ ਕਿਹਾ, ਰੂਬੀ ਕਿਉਂ ਰੋਂਦੀ ਹੈ? ਜਦੋਂ ਦਿਲ ਕੀਤਾ ਤੂੰ ਆ ਜਾਵੀਂ, ਮੈਂ ਤੈਨੂੰ ਪੂਰਾ ਸ਼ਹਿਰ ਘੁਮਾਵਾਂਗਾ। ਪੂਰਾ 1 ਸਾਲ ਹੋ ਗਿਆ ਸੀ ਮੇਰੀ ਭੈਣ ਦੇ ਵਿਆਹ ਨੂੰ। ਸਾਡੇ ਘਰ ਦੇ ਗੇੜੇ ਲਾਈ ਜਾਂਦੇ। ਜਿੰਨੇ ਦਿਨ ਮੇਰੀ ਭੈਣ ਰਹਿੰਦੀ ਓਨਾ ਚਿਰ ਹੀ ਮੇਰਾ ਜੀਜਾ ਵੀ ਰਹਿੰਦਾ। ਉਹ ਮੇਰੇ ਲਈ ਗਿਫਟ ਲੈ ਕੇ ਆਉਂਦੇ। ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਭੈਣ ਮਾਂ ਬਣਨ ਵਾਲੀ ਸੀ। ਜਦੋਂ ਮਾਂ ਤੇ ਪਾਪਾ ਨੂੰ ਇਹ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਏ, ਪਰ ਮੇਰੀ ਭੈਣ ਬਹੁਤ ਪਰੇਸ਼ਾਨ ਸੀ ਕਿਉਂਕਿ ਉਸਨੂੰ ਡਾਕਟਰ ਨੇ ਰੈਸਟ ਕਰਨ ਲਈ ਕਿਹਾ ਸੀ। ਮਾਂ ਨੇ ਕਿਹਾ ਤੂੰ ਸਾਡੇ ਕੋਲ ਆ ਜਾ। ਉਸਨੇ ਕਿਹਾ ਰਾਜ ਨਹੀਂ ਮੰਨਦੇ। ਜੇ ਥੋੜੇ ਦਿਨ ਦੀ ਗੱਲ ਹੁੰਦੀ ਤਾਂ ਗੱਲ ਵੱਖਰੀ ਸੀ। ਜੇ ਮੈਂ ਆ ਗਈ ਤਾਂ ਮੇਰੇ ਸਹੁਰੇ ਤੇ ਰਾਜ ਦੀ ਰੋਟੀ ਦਾ ਮੁਸ਼ਕਲ ਹੋ ਜਾਣਾ। ਮੇਰੀ ਮਾਂ ਨੇ ਕਿਹਾ ਰੂਬੀ ਨੂੰ ਲੈ ਜਾ। ਇਹਦੇ 10ਵੀਂ ਦੇ ਪੇਪਰ ਹੋ ਗਏ ਹਨ ਤੇ ਇਹ ਫ੍ਰੀ ਹੈ। ਘਰ ਦਾ ਕੰਮ ਕਰਦਿਆ ਕਰੂ, ਨਾਲੇ ਤੇਰਾ ਜੀ ਲੱਗਿਆ ਰਹੂ। ਮੇਰਾ ਤੇ ਮੇਰੀ ਭੈਣ ਦਾ ਖੁਸ਼ੀ ਦਾ ਠਿਕਾਣਾ ਨਾ ਰਿਹਾ। ਭੈਣ ਨੇ ਕਿਹਾ ਆਪਣਾ ਸਮਾਨ ਤੂੰ ਪੈਕ ਕਰ ਲੈ, ਅੱਜ ਇਸ ਨੂੰ ਲੈ ਕੇ ਜਾਣਗੇ। ਜੀਜਾ ਜੀ ਮੈਨੂੰ ਲੈ ਕੇ ਗਏ। ਭੈਣ ਦੀ ਸੱਸ ਤੇ ਨਣਦ ਨਹੀਂ ਸੀ। ਮੈਨੂੰ ਦੀ ਨੇ ਬਹੁਤ ਵਧੀਆ ਖਾਣਾ ਖਵਾਇਆ। ਮੈਨੂੰ ਆਪਣੇ ਨਾਲ ਵਾਲਾ ਕਮਰਾ ਦਿੱਤਾ। ਮੈਂ ਸਮਾਨ ਰੱਖ ਕੇ ਭੈਣ ਦੇ ਸਹੁਰੇ ਨੂੰ ਮਿਲਣ ਚਲੀ ਗਈ। ਉਹ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੇ ਸੀ। ਮੇਰੀ ਭੈਣ ਮੈਨੂੰ ਉੱਥੋਂ ਲੈ ਕੇ ਆ ਗਈ ਅਤੇ ਕਿਹਾ ਕਿ ਕੋਲ ਜਾਣ ਦੀ ਕੋਈ ਲੋੜ ਨਹੀਂ, ਸਾਰਾ ਦਿਨ ਮੰਜੇ ਤੇ ਹੀ ਪਿਆ ਰਹਿੰਦਾ ਹੈ। ਮੈਂ ਸੋਚਿਆ ਇਹ ਵਿਆਹ ਦੇ ਟਾਈਮ ਵੀ ਨਹੀਂ ਆਏ ਸੀ। ਮੈਨੂੰ ਉਹਨਾਂ ਤੋਂ ਡਰ ਲੱਗਿਆ। ਰਾਜ ਮੇਰਾ ਬਹੁਤ ਧਿਆਨ ਰੱਖਦੇ ਸਨ। ਮੈਂ ਸਾਰਾ ਕੰਮ ਸਾਂਭ ਲਿਆ ਸੀ ਤੇ ਮੇਰੀ ਭੈਣ ਸਾਰਾ ਦਿਨ ਆਰਾਮ ਕਰਦੀ ਹੁੰਦੀ ਸੀ। ਇੱਕ ਦਿਨ ਮੈਂ ਕੰਮ ਕਰਕੇ ਹਟੀ ਤਾਂ ਗਰਮੀ ਬਹੁਤ ਸੀ। ਮੈਂ ਪਸੀਨੇ ਪਸੀਨੇ ਹੋ ਗਈ। ਮੈਂ ਸੋਚਿਆ ਕਿ ਪਹਿਲਾਂ ਨਹਾ ਲਵਾਂ, ਫਿਰ ਆਰਾਮ ਕਰਦੀ ਹਾਂ। ਅਤੇ ਜਦੋਂ ਮੈਂ ਬਾਥਰੂਮ ਵਿੱਚ ਗਈ ਤਾਂ ਮੈਨੂੰ ਲੱਗਿਆ ਕਿ ਕੋਈ ਮੈਨੂੰ ਵੇਖ ਰਿਹਾ ਹੈ। ਮੈਨੂੰ ਰੋਸ਼ਨਦਾਨ ਵਿੱਚੋਂ ਕੁਝ ਪਰਛਾਵਾਂ ਦਿਸਿਆ ਤੇ ਮੈਂ ਜਲਦੀ ਨਾਲ ਕੱਪੜੇ ਪਾ ਕੇ ਭੈਣ ਦੇ ਕਮਰੇ ਵਿੱਚ ਗਈ ਤਾਂ ਮੇਰੀ ਭੈਣ ਨੇ ਮੈਂ ਦਰਵਾਜ਼ਾ ਨਹੀਂ ਖੜਕਾਇਆ ਅਤੇ ਉੱਥੇ ਰਾਜ ਤੇ ਦੀਦੀ ਪਏ ਸਨ। ਮੇਰੀ ਭੈਣ ਨੇ ਕਿਹਾ ਕੀ ਹੋਇਆ? ਮੈਂ ਤਾਂ ਬਸ ਇਹ ਪੁੱਛਣ ਆਈ ਸੀ। ਮੇਰੀ ਭੈਣ ਨੇ ਕਿਹਾ ਕਿ ਤੂੰ ਸੋ ਜਾ, ਮੈਨੂੰ ਰਾਜ ਦੁੱਧ ਦੇ ਦੇਵੇਗਾ। ਮੈਂ ਆਪਣੇ ਕਮਰੇ ਵਿੱਚ ਆ ਰਹੀ ਸੀ। ਮੈਂ ਦੇਖਿਆ ਕਿ ਮੇਰੀ ਭੈਣ ਦਾ ਸਹੁਰਾ ਬਾਹਰੋਂ ਅੰਦਰ ਆ ਰਿਹਾ ਸੀ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਬਹੁਤ ਸੋਹਣੀ ਹੈ। ਮੈਨੂੰ ਡਰ ਲੱਗ ਗਿਆ। ਮੈਂ ਆਪਣੇ ਕਮਰੇ ਦੀ ਕੁੰਡੀ ਲਾ ਲਈ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਇੰਨੀ ਡਰ ਗਈ ਸੀ। ਸਵੇਰੇ ਮੈਂ ਨਾਸ਼ਤਾ ਬਣਾ ਕੇ ਟੇਬਲ ਤੇ ਰੱਖ ਦਿੱਤਾ ਅਤੇ ਨਾਸ਼ਤਾ ਰਾਜ ਕਰਕੇ ਹੀ ਦਫ਼ਤਰ ਜਾਂਦੇ ਸੀ। ਉਹ ਮੈਨੂੰ ਬਹੁਤ ਅਜੀਬ ਤਰ੍ਹਾਂ ਦੇਖ ਰਿਹਾ ਸੀ ਤੇ ਕਹਿੰਦਾ ਕਿ ਸ਼ਾਮ ਨੂੰ ਤਿਆਰ ਰਹੀਂ, ਅੱਜ ਆਪਾਂ ਸ਼ਾਪਿੰਗ ਤੇ ਚੱਲਾਂਗੇ। ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ ਹੈ ਤਾਂ ਦੀਦੀ ਨੇ ਕਿਹਾ ਕਿ ਕੋਈ ਨਾ ਤੂੰ ਚਲੀ ਜਾ। ਸ਼ਾਮ ਨੂੰ ਮੈਂ ਤਿਆਰ ਹੋ ਕੇ ਬੈਠ ਗਈ। ਸ਼ਾਮ ਨੂੰ ਰਾਜ ਆਇਆ ਤਾਂ ਅਸੀਂ ਬਾਜ਼ਾਰ ਚਲੇ ਗਏ। ਉਸਨੇ ਮੇਰੇ ਲਈ ਦੀਦੀ ਤੋਂ ਜ਼ਿਆਦਾ ਸਮਾਨ ਖਰੀਦਿਆ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ, ਪਰ ਮੈਂ ਬਹੁਤ ਖੁਸ਼ ਸੀ ਕਿਉਂਕਿ ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਂ ਇੰਨੀ ਸ਼ਾਪਿੰਗ ਕੀਤੀ ਸੀ। ਅਸੀਂ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਘਰ ਆ ਗਏ ਤਾਂ ਇਹ ਖੁਸ਼ੀ ਥੋੜ੍ਹੇ ਹੀ ਟਾਈਮ ਦੀ ਸੀ। ਇਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ, ਮੇਰੇ ਰੋਂਗਟੇ ਖੜ੍ਹੇ ਹੋ ਗਏ। ਰਾਤ ਨੂੰ ਸੌਣ ਸਮੇਂ ਮੈਂ ਆਪਣੇ ਕਮਰੇ ਵਿੱਚ ਗਈ। ਜ਼ਿਆਦਾ ਥੱਕੀ ਹੋਣ ਕਰਕੇ ਮੈਨੂੰ ਨੀਂਦ ਆ ਗਈ। ਕਮਰੇ ਦੀ ਬੱਤੀ ਬੰਦ ਸੀ। ਗਰਮੀ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਨੂੰ ਲੱਗਾ ਜਿੱਦਾਂ ਕੋਈ ਮੇਰੇ ਬਿਸਤਰੇ ਤੇ ਹੋਵੇ। ਉਹ ਮੇਰੇ ਉੱਪਰ ਆਉਣ ਲੱਗਾ। ਮੇਰਾ ਦਮ ਘੁੱਟ ਰਿਹਾ ਸੀ। ਮੈਂ ਧੱਕਾ ਮਾਰਿਆ ਤਾਂ ਉਹ ਬਾਹਰ ਭੱਜ ਗਿਆ।
ਮੈਂ ਆਪਣੀ ਭੈਣ ਦੇ ਕਮਰੇ ਵਿੱਚ ਆਈ ਤੇ ਕਿਹਾ ਕਿ ਮੇਰੇ ਕਮਰੇ ਵਿੱਚ ਕੋਈ ਹੈ। ਮੇਰੀ ਭੈਣ ਨੇ ਆਪਣੇ ਮੋਬਾਈਲ ਦੀ ਬੱਤੀ ਜਲਾਈ ਤੇ ਕਿਹਾ ਕਿ ਤੂੰ ਹਨੇਰੇ ਤੋਂ ਡਰ ਗਈ। ਕੋਈ ਨਹੀਂ ਹੈ, ਰਾਜ ਲਾਈਟ ਠੀਕ ਕਰਨ ਗਏ ਨੇ। ਆਪਣੀ ਲਾਈਟ ਖਰਾਬ ਹੈ ਤੇ ਮੇਰਾ ਸਹੁਰਾ ਕਮਰੇ ਵਿੱਚੋਂ ਬਾਹਰ ਨਹੀਂ ਆਉਂਦਾ। ਇੰਨੇ ਨੂੰ ਰਾਜ ਆ ਗਿਆ ਤੇ ਮੈਨੂੰ ਰੋਂਦੀ ਵੇਖ ਕਹਿਣ ਲੱਗਾ ਕਿ ਮੈਂ ਤੈਨੂੰ ਕਿਹਾ ਸੀ ਕਿ ਇਸ ਕੋਲ ਪੈ ਜਾ। ਮੈਨੂੰ ਕਹਿੰਦੇ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੰਨੀ ਡਰਪੋਕ ਹੈ, ਮੇਰਾ ਕੀ ਖਿਆਲ ਰੱਖੇਂਗੀ। ਤੇ ਭੈਣ ਨੇ ਮੈਨੂੰ ਕਿਹਾ ਕਿ ਚੱਲ ਮੈਂ ਤੇਰੇ ਨਾਲ ਸੌਂ ਜਾਂਦੀ ਹਾਂ। ਮੈਂ ਕਿਹਾ ਨਹੀਂ, ਮੈਂ ਸੌਂ ਜਾਵਾਂਗੀ। ਮੈਂ ਆਪਣੇ ਕਮਰੇ ਵਿੱਚ ਆਈ ਤੇ ਸੋਚਣ ਲੱਗੀ ਕਿ ਕੋਈ ਮੇਰਾ ਫਾਇਦਾ ਉਠਾ ਰਿਹਾ ਹੈ। ਪਹਿਲਾਂ ਬਾਥਰੂਮ ਵਾਲੀ ਗੱਲ ਤੇ ਹੁਣ ਇਹ। ਅਗਲੇ ਦਿਨ ਦੁਪਹਿਰ ਨੂੰ ਮੈਂ ਖਾਣਾ ਬਣਾ ਰਹੀ ਸੀ। ਰਾਜ ਦਫ਼ਤਰ ਤੋਂ ਕਿਸੇ ਕੰਮ ਲਈ ਆਇਆ ਸੀ। ਉਹ ਰਸੋਈ ਵਿੱਚ ਆਇਆ ਤੇ ਮੈਨੂੰ ਪਿੱਛੋਂ ਫੜ ਲਿਆ ਤੇ ਆਪਣੇ ਨਾਲ ਲਾ ਲਿਆ। ਮੈਂ ਉਸਨੂੰ ਪਿੱਛੇ ਕਰਦੀ ਰਹੀ ਤੇ ਉਹ ਬੋਲਿਆ ਕਿ ਤੂੰ ਬਹੁਤ ਸੋਹਣੀ ਹੈ, ਨਹਾਉਂਦੀ ਹੋਈ ਤਾਂ ਬਹੁਤ ਸੋਹਣੀ ਲੱਗਦੀ ਹੈ। ਮੈਂ ਹੈਰਾਨ ਹੋਈ ਉਸ ਵੱਲ ਵੇਖ ਰਹੀ ਸੀ। ਉਸਨੇ ਕਿਹਾ ਮੇਰੇ ਕੋਲ ਤੇਰੀ ਵੀਡੀਓ ਹੈ। ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ। ਮੈਂ ਉਸਨੂੰ ਧੱਕਾ ਦੇ ਕੇ ਆਪਣੇ ਕਮਰੇ ਵਿੱਚ ਗਈ। ਮੈਨੂੰ ਪਤਾ ਸੀ ਕਿ ਉਹ ਚਲਾ ਗਿਆ। ਮੇਰੀਆਂ ਅੱਖਾਂ ਰੋ ਰੋ ਕੇ ਸੁੱਜ ਗਈਆਂ ਸਨ। ਮੇਰੀ ਭੈਣ ਨੇ ਕਿਹਾ ਕੀ ਗੱਲ ਹੈ? ਤਾਂ ਮੈਂ ਕਿਹਾ ਕਿ ਮੇਰਾ ਦਿਲ ਨਹੀਂ ਲੱਗਦਾ, ਮੈਂ ਘਰ ਜਾਣਾ ਹੈ। ਤਾਂ ਉਸਨੇ ਕਿਹਾ ਕਿ ਰਾਜ ਛੱਡ ਆਉਣਗੇ। ਮੈਂ ਕਿਹਾ ਮੈਂ ਰਾਜ ਨਾਲ ਨਹੀਂ ਜਾਣਾ, ਪਾਪਾ ਨੂੰ ਫੋਨ ਕਰਕੇ ਬੁਲਾਓ, ਉਹ ਲੈ ਕੇ ਜਾਣਗੇ। ਦੀਦੀ ਨੇ ਕਿਹਾ ਵਧੀਆ ਹੈ, ਨਾਲੇ ਪਾਪਾ ਮੈਨੂੰ ਮਿਲ ਜਾਣਗੇ। ਦੀਦੀ ਫੋਨ ਚੁੱਕਣ ਲੱਗੇ ਗਿਰ ਗਈ ਅਤੇ ਉਸਦੀ ਚੀਕ ਨਿਕਲ ਗਈ। ਉਸਨੇ ਕਿਹਾ ਕਿ ਤੂੰ ਰੁਕ ਜਾ, ਜੇ ਤੂੰ ਨਾ ਹੁੰਦੀ ਤਾਂ ਮੇਰਾ ਬੱਚਾ ਮਰ ਜਾਂਦਾ। ਨਾ ਹੀ ਮੈਂ ਹਾਂ ਕੀਤੀ ਸੀ ਤੇ ਨਾ ਹੀ ਮੈਂ ਨਾ ਕੀਤੀ ਸੀ। ਮੈਂ ਦੀ ਕੋਲ ਬੈਠੀ ਰਹੀ। ਰਾਜ ਆਇਆ ਤਾਂ ਉਸਨੂੰ ਦੱਸਿਆ ਕਿ ਇਸ ਤਰ੍ਹਾਂ ਦੀਦੀ ਅੱਜ ਡਿੱਗ ਪਏ। ਉਸ ਨੇ ਮੈਨੂੰ ਕਿਹਾ ਕਿ ਜਾ ਜੂਸ ਲੈ ਕੇ ਆ। ਮੈਂ ਜੂਸ ਲੈਣ ਲਈ ਰਸੋਈ ਵਿੱਚ ਗਈ। ਜਦੋਂ ਮੈਂ ਰਸੋਈ ਵਿੱਚ ਗਈ ਉਹ ਮੇਰੇ ਪਿੱਛੇ ਹੀ ਆ ਗਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ। ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਦੀਦੀ ਦੀ ਇਸ ਹਾਲਤ ਵਿੱਚ ਨੇ ਤੇ ਤੁਸੀਂ ਮੇਰੇ ਨਾਲ ਇਹ ਕਰ ਰਹੇ ਹੋ। ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੀਦੀ ਵੀ ਰਸੋਈ ਵਿੱਚ ਆਈ। ਪੁੱਛਿਆ ਕੀ ਹੋ ਗਿਆ। ਮੈਂ ਉਸਨੂੰ ਸਭ ਦੱਸ ਦਿੱਤਾ। ਉਸਨੇ ਰਾਜ ਵੱਲ ਗੁੱਸੇ ਨਾਲ ਵੇਖਿਆ ਤੇ ਕਿਹਾ ਕਿ 1 ਹਫ਼ਤੇ ਵਿੱਚ ਤੂੰ ਇਸ ਨੂੰ ਕਾਬੂ ਨਹੀਂ ਕਰ ਸਕਿਆ। ਮੈਂ ਦੀਦੀ ਦੇ ਮੂੰਹ ਵੱਲ ਹੈਰਾਨੀ ਨਾਲ ਵੇਖ ਰਹੀ ਸੀ। ਮੈਨੂੰ ਜ਼ਬਰਦਸਤੀ ਫੜ ਕੇ ਕਮਰੇ ਵਿੱਚ ਲੈ ਕੇ ਗਿਆ ਤੇ ਮੈਂ ਕਿਹਾ ਕਿ ਤੂੰ ਇਹ ਕੀ ਕਰ ਰਿਹਾ ਹੈ। ਉਸਨੇ ਕਿਹਾ ਕਿ ਜੋ ਰਾਜ ਕਰਨਾ ਚਾਹੁੰਦਾ ਉਸ ਨੂੰ ਕਰਨ ਦੇ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਨ ਦੇਣਾ। ਉਸਨੇ ਕਿਹਾ ਰਾਜ ਕਦੀ ਬਾਪ ਨਹੀਂ ਬਣ ਸਕਦਾ। ਮੈਂ ਕਿਹਾ ਤੁਸੀਂ ਪ੍ਰੈਗਨੈਂਟ ਹੋ। ਉਸਦੇ ਬੁੱਲ੍ਹਾਂ ਤੇ ਅਜੀਬ ਜਿਹਾ ਹਾਸਾ ਸੀ। ਉਸਨੇ ਕਿਹਾ ਕਿ ਰਾਜ ਬੱਚਾ ਗੋਦ ਨਹੀਂ ਲੈਣਾ ਚਾਹੁੰਦਾ। ਸਾਨੂੰ ਇੱਕ ਬੱਚਾ ਚਾਹੀਦਾ। ਜੇਕਰ ਤੂੰ ਨਾ ਮੰਨੀ ਤਾਂ ਅਸੀਂ ਜ਼ਬਰਦਸਤੀ ਕਰਾਂਗੇ। ਮੇਰਾ ਮੇਰੀ ਸਕੀ ਭੈਣ ਹੈ, ਜੋ ਮੈਂ ਤੇਰੇ ਬਾਰੇ ਸੋਚਾਂ। ਜੇ ਤੂੰ ਨਾ ਮੰਨੀ ਤਾਂ ਤੇਰੇ ਤੇ ਸਾਰਾ ਇਲਜ਼ਾਮ ਲਗਾਇਆ ਜਾਣਾ ਕਿ ਇਸਦੇ ਆਸ਼ਿਕ ਨੇ ਕੀਤਾ। ਦੀਦੀ ਨੇ ਬਾਹਰੋਂ ਦਰਵਾਜ਼ਾ ਲਾ ਦਿੱਤਾ। ਰਾਜ ਜ਼ਬਰਦਸਤੀ ਕਰਨ ਲੱਗਾ। ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੰਨੇ ਨੂੰ ਮੇਰੀ ਭੈਣ ਦਾ ਸਹੁਰਾ ਆ ਗਿਆ ਤੇ ਉਸਨੇ ਕੁੰਡਾ ਖੋਲ੍ਹ ਦਿੱਤਾ ਅਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਕੇ ਗਏ ਤੇ ਕਿਹਾ ਕਿ ਬੇਟਾ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ। ਮੈਂ ਆਪਣੇ ਪਾਪਾ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਸਭ ਦੱਸ ਦਿੱਤਾ। ਉਹ ਆਏ ਤੇ ਮੈਨੂੰ ਲੈ ਗਏ। ਦੀਦੀ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ। ਭਾਵੇਂ ਇਸ ਗੱਲ ਨੂੰ ਬਹੁਤ ਸਾਲ ਹੋ ਗਏ, ਪਰ ਮੇਰੇ ਦਿਲ ਵਿੱਚ ਹਾਲੇ ਵੀ ਜ਼ਖਮ ਨੇ। ਜਿਸਨੂੰ ਆਪਣੇ ਭਰਾ ਵਾਂਗ ਸਮਝਿਆ, ਉਸਨੇ ਹੀ ਮੇਰੀ ਇੱਜ਼ਤ 'ਤੇ ਹੱਥ ਪਾਇਆ। ਉਸ ਤੋਂ ਬਾਅਦ ਸਾਡਾ ਉਸ ਨਾਲ ਕੋਈ ਸੰਬੰਧ ਨਹੀਂ ਰਿਹਾ। ਪਤਾ ਨਹੀਂ ਜਿਉਂਦੀ ਹੈ ਜਾਂ ਮਰ ਗਈ ਹੈ। ਉਸਨੇ ਆਪਣੇ ਸਹੁਰੇ ਨੂੰ ਬਿਰਧ ਆਸ਼ਰਮ ਛੱਡ ਦਿੱਤਾ। ਮੇਰਾ ਵਿਆਹ ਹੋ ਗਿਆ। ਮੇਰੇ 2 ਬੇਟੀਆਂ ਨੇ। ਮਾਂ-ਬਾਪ ਮੇਰੇ ਨਾਲ ਹੀ ਰਹਿੰਦੇ ਹਨ। ਮੇਰੀ ਮਾਂ ਹਾਲੇ ਤੱਕ ਸ਼ਰਮਿੰਦਾ ਹੈ ਕਿ ਕਿਉਂ ਉਸਨੇ ਮੈਨੂੰ ਉਸਦੇ ਨਾਲ ਤੋਰਿਆ। ਤੇ ਦੋਸਤੋ, ਇਹ ਸੀ ਕਹਾਣੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਚੰਗੀ ਲੱਗੀ ਹੋਏਗੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ
ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਵੀਡੀਓ ਨਾਲ। ਆਪਣਾ ਅਤੇ ਆਪਣੇ ਘਰਦਿਆਂ ਦਾ ਖਿਆਲ ਰੱਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।